ਲੜੀਵਾਰ ਗੁਰਬਾਣੀ ਪਾਠ ਸੰਥਿਆ ਨਾਲ ਜੁੜਨਾ ਕਰੀਏ। ਪਾਵਨ ਅੰਕ 340 ਤੋਂ 10ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੈ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਗਾ ਘਟ ਘਟ ਨਿਮਸੈ ਸੋਈ, ਘਟ ਫੂਟੇ ਘਟ ਕਬਹਿ ਨ ਹੋਈ। ਤਾਂ ਘਟ ਮਾਹੇ ਘਾਟ ਜੋ ਪਾਵਾਂ, ਸੋ ਘਟ ਛਾੜ ਅਵ ਘਟ ਕਤ ਧਾਵਾਂ। ਹੁਣ ਬਾਬਾ ਕਬੀਰ ਸਾਹਿਬ ਜੀ ਦੀ 10 ਨੰਬਰ ਪੌੜੀ ਹੈ 52 ਅੱਖਰੀ ਵਿੱਚ। ਘੱਗਾ ਘਟ ਘਟ ਨਿਮਸੈ ਸੋਈ। ਨਿਮਸੈ ਭਾਵ ਨਿਵਾਸ ਰੱਖਦਾ, ਵਸਦਾ ਹੈ ਕਿ ਹਰੇਕ ਸਰੀਰ ਵਿੱਚ ਉਹ ਮਾਲਕ ਪ੍ਰਭੂ ਹੀ ਵਸਦਾ ਹੈ। ਘਟ ਫੂਟੇ ਘਟ ਕਬਹਿ ਨਾ ਹੋਈ। ਆਖਣ ਲੱਗੇ ਘਟ ਫੂਟੇ ਭਾਵ ਜੇ ਕੋਈ ਸਰੀਰ ਰੂਪ ਘੜਾ ਫੁੱਟ ਜਾਏ, ਟੁੱਟ ਜਾਏ, ਘਟ ਨਾ ਹੋਈ, ਘਟ ਕਬਹਿ ਨਾ ਹੋਈ। ਕਹਿੰਦੇ ਪਰ ਉਸ ਮਾਲਕ ਦੀ ਹਸਤੀ ਵਿੱਚ ਕੋਈ ਘਾਟ ਨਹੀਂ ਆਉਂਦੀ, ਉਹਦੇ ਵਿੱਚ ਕੋਈ ਘਾਟ ਨਹੀਂ ਆਉਂਦੀ ਹੈ ਕਿ ਜੇ ਕੋਈ ਸਰੀਰ ਰੂਪ ਘੜਾ ਭੱਜ ਜਾਏ, ਟੁੱਟ ਜਾਏ, ਫੁੱਟ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿੱਚ ਕੋਈ ਘਾਟਾ ਨਹੀਂ ਆਉਂਦਾ ਹੈ। ਪਹਿਲੇ ਘਟ ਦਾ ਅਰਥ ਹੈ ਸਰੀਰ, ਦੂਜੇ ਘਟ ਦਾ ਅਰਥ ਹੈ ਘਟਨਾ। ਤਾਂ ਘਟ ਮੈਂ ਘਟ ਮਾਹੇ ਘਾਟ ਜੋ ਪਾਵਾਂ। ਆਖਣ ਲੱਗੇ ਕਿ ਜਦੋਂ ਕੋਈ ਜੀਵ ਇਸ ਸਰੀਰ ਅੰਦਰ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਪੱਤਣ ਲੱਭ ਲੈਂਦਾ ਹੈ, ਪਾਰ ਲੱਭ ਲੈਂਦਾ ਹੈ, ਜਿਹੜਾ ਹੈ ਉਹ ਕਹਿਣ ਦਾ ਭਾਵ ਹੈ ਕਿ ਕਿਨਾਰਾ ਲੱਭ ਲੈਂਦਾ ਹੈ। ਤੇ ਆਖਣ ਲੱਗੇ ਸੋ ਘਟ ਛਾੜ ਅਵ ਘਟ ਕਤ ਧਾਵਾਂ। ਆਖਣ ਲੱਗੇ ਤਾਂ ਇਸ ਪੱਤਨ ਨੂੰ ਛੱਡ ਕੇ, ਇਸ ਘਾਟ ਨੂੰ ਛੱਡ ਕੇ ਉਹ ਖੱਡਾਂ ਵਿੱਚ ਕਿਤੇ ਵੀ ਨਹੀਂ ਭਟਕਦਾ, ਭਾਵ ਉਹ ਹੋਰ ਕਿਤੇ ਨਹੀਂ ਜਾਂਦਾ। ਜਦੋਂ ਉਹ ਇੱਕ ਦਰਿਆ ਦਾ ਪੱਤਨ ਘਾਟ ਹੈ, ਘਾਟ ਜਿਹੜੀ ਲੱਭ ਲੈਂਦਾ ਹੈ, ਕੋਈ ਪੱਤਨ ਕਿਨਾਰਾ ਲੱਭ ਲੈਂਦਾ ਹੈ, ਫਿਰ ਉਦੋਂ ਬਾਅਦ ਉਹ ਭਟਕਦਾ ਨਹੀਂ ਹੈ। ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ। ਨਾਹੀ ਦੇਖ ਨ ਭਾਜੀਐ ਪਰਮ ਸਿਆਨਪ ਏ। ਗੰਗਾ, ਹੁਣ ਗੰਗੇ ਅੱਖਰ ਦੇ ਰਾਹੀਂ ਬਾਬਾ ਕਬੀਰ ਸਾਹਿਬ ਜੀ ਆਖਰੇ ਨਿਗ੍ਰਹਿ ਭਾਵ ਚੰਗੀ ਤਰ੍ਹਾਂ ਫੜਨਾ, ਵਸ ਵਿੱਚ ਲੈ ਆਉਣਾ, ਪਕੜ ਲੈਣਾ। ਆਖਣ ਲੱਗੇ ਕਿ ਹੇ ਭਾਈ ਆਪਣੇ ਇੰਦਰੀਆਂ ਨੂੰ ਚੰਗੀ ਤਰ੍ਹਾਂ ਰੋਕ, ਪ੍ਰਭੂ ਨਾਲ ਪਿਆਰ ਬਣਾ ਕਿ ਪਹਿਲਾਂ ਇਹਨਾਂ ਨੂੰ ਨਿਗ੍ਰਹਿ ਭਾਵ ਇਹਨਾਂ ਨੂੰ ਚੰਗੀ ਤਰ੍ਹਾਂ ਵਸ ਵਿੱਚ ਲੈ ਆ, ਇਹਨਾਂ ਨੂੰ ਰੋਕ ਲਾ ਮਾੜੇ ਕਰਮਾਂ ਤੋਂ, ਅਤੇ ਸਨੇਹ ਕਰ ਅਤੇ ਮਾਲਕ ਦੇ ਨਾਲ ਸਨੇਹ ਕਰ, ਪ੍ਰੇਮ ਕਰ, ਪਿਆਰ ਕਰ। ਨਿਰਵਾਰੋ ਸੰਦੇਹ ਅਤੇ ਸਿਦਕਹੀਨਤਾ ਜਿਹੜੀ ਹੈ ਉਹ ਦੂਰ ਕਰ ਦੇ, ਉਹਨੂੰ ਮੁਕਾ ਦੇ ਆਪਣੇ ਜੀਵਨ ਦੇ ਵਿੱਚੋਂ। ਨਾ ਹੀ ਇੱਕ ਹੈ ਸਨੇਹ, ਇੱਕ ਹੈ ਸੰਦੇਹ, ਦੋ ਸ਼ਬਦ ਨੇ। ਸੰਦੇਹ ਤੋਂ ਭਾਵ ਹੁੰਦਾ ਹੈ ਸ਼ੱਕ, ਤੇ ਸਨੇਹ ਦਾ ਭਾਵ ਹੁੰਦਾ ਹੈ ਪ੍ਰੇਮ, ਪਿਆਰ। ਹੁਣ ਦੋਵਾਂ ਦੇ ਵਿੱਚ ਫਰਕ ਹੈ, ਇਹਨਾਂ ਦਾ ਇਕੱਠਾ ਅਰਥ ਨਹੀਂ ਸਮਝ ਲੈਣਾ। ਨਿਰਵਾਰੋ ਸੰਦੇਹ ਭਾਵ ਸ਼ੱਕ ਦੂਰ ਕਰਦੇ ਅਤੇ ਸਨੇਹ ਕਰਨਾ ਹੈ। ਨਾ ਹੀ ਦੇਖ ਨਾ ਭਾਜੀਐ ਪਰਮ ਸਿਆਨਪ ਏ। ਆਖਣ ਲੱਗੇ ਇਹ ਕੰਮ ਔਖਾ ਜ਼ਰੂਰ ਲੱਗਦਾ, ਕੀ ਲੱਗਦਾ ਜ਼ਰੂਰ ਹੈ, ਔਖਾ ਹੈ। ਜਿਵੇਂ ਆਖਣ ਔਖਾ ਸਾਚਾ ਨਾਉ, ਕਹਿੰਦੇ ਸੱਚਾ ਨਾਮ ਕਹਿਣਾ ਔਖਾ ਹੈ, ਲੱਗਦਾ ਬੜਾ ਔਖਾ ਕਹਿਣਾ, ਇਹਨੂੰ ਵਿਚਾਰਨਾ, ਇਹਨੂੰ ਜੀਵਨ ਵਿੱਚ ਲਿਆਉਣਾ। ਇਵੇਂ ਕਹਿੰਦੇ ਇਹ ਕੰਮ ਔਖਾ ਜ਼ਰੂਰ ਹੈ ਪਰ ਇਸ ਖਿਆਲ ਕਰਕੇ ਇਹ ਕੰਮ ਨਹੀਂ ਹੋ ਸਕਦਾ। ਇਹ ਖਿਆਲ ਕਰਕੇ ਇਹ ਕੰਮ ਨਹੀਂ ਹੋ ਸਕਦਾ, ਇਸ ਕੰਮ ਵੱਲੋਂ ਭੱਜ ਨਹੀਂ ਜਾਣਾ ਚਾਹੀਦਾ, ਇਹ ਖਿਆਲ ਨਹੀਂ ਕਰਨਾ ਚਾਹੀਦਾ, ਧਿਆਨ ਲਿਆਉਣਾ ਹੀ ਨਹੀਂ ਚਾਹੀਦਾ ਕਿ ਜੇ ਔਖਾ ਕੰਮ ਹੈ ਤਾਂ ਹੋਣਾ ਹੀ ਨਹੀਂ। ਕਹਿੰਦੇ ਇਸ ਖਿਆਲ ਮਨ ਵਿੱਚ ਨਹੀਂ ਲਿਆਉਣਾ, ਇਹ
ਸੰਦੇਹ ਹੈ ਜਿਹੜਾ ਇਹ ਪ੍ਰਗਟ ਨਹੀਂ ਹੋਣ ਦੇਣਾ ਆਪਣੇ ਮਨ ਵਿੱਚ। ਬਸ ਸਭ ਤੋਂ ਵੱਡੀ ਅਕਲ ਦੀ ਗੱਲ ਇਹੀ ਹੈ, ਕਹਿੰਦੇ ਪਰਮ ਸਿਆਣਪ ਇਹ, ਕਹਿੰਦੇ ਕਿਹੜੀ, ਨਾ ਹੀ ਦੇਖ ਨਾ ਭਾਜੀ, ਕਹਿੰਦੇ ਦੇਖ ਕੇ ਭੱਜਣਾ ਨਹੀਂ ਹੈ, ਡਰਨਾ ਨਹੀਂ ਹੈ ਕਿ ਮੈਥੋਂ ਹੋਣਾ ਨਹੀਂ ਹੈ। ਕਹਿੰਦੇ ਕਿ ਜਿਹੜੇ ਅਸੰਭਵ ਕੰਮ ਹੁੰਦੇ ਹੈ ਉਹ ਵੀ ਤੇ ਕਰਦਾ ਹੀ ਹੈ ਨਾ, ਕੋਈ ਨਾ ਕੋਈ ਤਾਂ ਕਰਦਾ ਹੀ ਹੈ। ਕਹਿੰਦੇ ਫਿਰ ਜੇ ਕੋਈ ਕਰ ਸਕਦਾ ਤੇ ਆਪਾਂ ਵੀ ਤੇ ਕਰ ਸਕਦੇ ਹਾਂ ਨਾ। ਇਸ ਕਰਕੇ ਕਹਿੰਦੇ ਦੇਖ ਕੇ ਨਾ, ਕਿ ਪਹਿਲਾਂ ਵੇਖ ਕੇ ਕਿ ਕਿਵੇਂ ਕਰਾਂਗੇ, ਢੇਰੀ ਨਾ ਢਾ, ਦੇਖ ਕੇ ਉਹਨੂੰ ਕਰਨਾ ਸ਼ੁਰੂ ਕਰ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿਤਰੈ ਚਿਤਹੁ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚਹਿਰਾ, ਤਜ ਚਿਤਰੈ ਚਿਤ ਰਾਖ ਚਤੇਰਾ। ਆਖਣ ਲੱਗੇ ਚੱਚਾ ਰਚਿਤ ਚਿੱਤਰ ਹੈ ਭਾਰੀ। ਚੱਚੇ ਅੱਖਰ ਨਹੀਂ ਆਖਦੇ ਨੇ, ਰਚਿਤ ਤੋਂ ਭਾਵ ਰਚਿਆ ਹੋਇਆ, ਬਣਾਇਆ ਹੋਇਆ। ਚਿੱਤਰ ਭਾਵ ਇਹ ਜੋ ਤਸਵੀਰ ਹੈ, ਇਹ ਜੋ ਨਕਸ਼ਾ ਹੈ ਕਿ ਪ੍ਰਭੂ ਦਾ ਬਣਾਇਆ ਹੋਇਆ ਇਹ ਜਗਤ ਹੈ ਜਿਹੜਾ, ਉਹ ਇੰਜ ਸਮਝੋ ਕਿ ਇੱਕ ਬਹੁਤ ਵੱਡੀ ਭਾਰੀ ਤਸਵੀਰ ਹੈ ਕਿ ਮਾਲਕ ਨੇ ਚਿੱਤਰ ਬਣਾਇਆ ਹੋਇਆ। ਤਜ ਚਿੱਤਰ ਹੈ ਚਿਤਹੁ ਚਿਤਕਾਰੀ, ਕਹਿੰਦੇ ਇਹ ਭਾਈ ਇਸ ਤਸਵੀਰ ਦੇ ਮੋਹ ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ। ਤਜ ਚਿੱਤਰ ਹੈ, ਕਹਿੰਦੇ ਤੇ ਚਿੱਤਰ ਨੂੰ ਛੱਡ ਦਿਓ, ਚਿੱਤਰ ਨਾਲ ਮੋਹ ਨਾ ਕਰੋ। ਚਿੱਤੋ ਚਿਤਕਾਰੀ, ਜਿਨਨੇ ਇਹ ਚਿੱਤਰਕਾਰੀ ਕੀਤੀ ਹੈ ਨਾ ਉਹਨੂੰ ਯਾਦ ਕਰੋ, ਉਹਦੀ ਸਿਫਤ ਸਲਾਹ ਕਰੋ। ਚਿੱਤਰ ਬਚਿੱਤਰ ਇਹ ਅਵਚਹਿਰਾ। ਆਖਣ ਲੱਗੇ ਬਚਿੱਤਰ ਭਾਵ ਕਈ ਰੰਗਾਂ ਦੀ, ਰੰਗਾਂ ਬਰੰਗਾਂ ਦੀ। ਆਖਣ ਲੱਗੇ ਕਿਉਂਕਿ ਵੱਡਾ ਝੰਬੇਲਾ ਅਵਚੇਰਾ ਇਹ ਹੈ ਕਿ ਇਹ ਸੰਸਾਰ ਰੂਪ ਤਸਵੀਰ ਮਨ ਨੂੰ ਮੋਹ ਲੈਣ ਵਾਲੀ। ਇਹਦੇ 'ਚ ਬੜੇ ਹੀ ਚਿੱਤਰ ਹੈ ਤੇ ਬੜੇ ਬਚਿੱਤਰ ਹੈ, ਭਾਵ ਬੜੇ ਰੰਗਾਂ ਦੀ ਤੇ ਬੜੇ ਤਰ੍ਹਾਂ ਦੀ ਇਹ ਤਸਵੀਰ ਬਣਾਈ ਹੋਈ ਹੈ। ਇਸ ਕਰਕੇ ਇਹਦੇ ਵਿੱਚ, ਇਸ ਝਮੇਲੇ ਦੇ ਵਿੱਚ ਨਾ ਫਸ, ਇਹ ਮਨ ਨੂੰ ਮੋਹ ਲੈਣ ਵਾਲੀ ਹੈ। ਤਜ ਚਿਤਰੈ ਚਿਤ ਰਾਖ ਚਤੇਰਾ, ਕਹਿਣ ਲੱਗੇ ਸੋ ਇਸ ਮੋਹ ਤੋਂ ਬਚਣ ਲਈ ਤਸਵੀਰ, ਸੰਸਾਰ ਰੂਪ ਤਸਵੀਰ ਦਾ, ਚਿੱਤਰ ਦਾ ਖਿਆਲ ਛੱਡ ਕੇ ਤਸਵੀਰ ਬਣਾਉਣ ਵਾਲੇ ਵਿੱਚ ਆਪਣੇ ਚਿੱਤ ਨੂੰ ਭਰੋ। ਆਪਣੇ ਚਿੱਤ ਨੂੰ ਚਿੱਤਰਕਾਰ ਦੇ ਜਿਹੜੇ ਹੈ ਉਹ ਧਿਆਨ ਦੇ ਵਿੱਚ ਲਾ। ਆਪਣੇ ਚਿੱਤ ਨੂੰ ਚਿੱਤਰ ਬਣਾਉਣ ਵਾਲੇ ਦੇ ਚਿੱਤ ਭਾਵ ਧਿਆਨ ਵਿੱਚ ਜੋੜ, ਪਰੋ ਕੇ ਰੱਖ। ਛੱਛਾ ਇਹ ਛਤਰਪਤ ਪਾਸਾ, ਸ਼ਕ ਕੇ ਨਾ ਰਹੋ ਛਾੜ ਕੇ ਨਾ ਆਸਾ। ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ, ਤਜ ਤਾਹਿ ਛਾੜ ਕਤ ਆਪ ਬਧਾਵਾਂ। ਆਖਣ ਲੱਗੇ ਛੱਛਾ ਇਹ ਛਤਰਪਤ ਪਾਸਾ। ਆਖਣ ਲੱਗੇ ਛਤਰਪਤ ਭਾਵ ਛਤਰ ਦਾ ਪਤੀ, ਛਤਰ ਦਾ ਮਾਲਕ। ਜਿਵੇਂ ਆਪਾਂ ਚੌਰ ਛਤਰ ਤਖਤ ਦਾ ਮਾਲਕ ਆਖਦੇ ਹਾਂ, ਕਿ ਭਾਵ ਬਾਦਸ਼ਾਹ, ਪਾਤਸ਼ਾਹ, ਰਾਜਿਆਂ ਦੇ ਵਾਸਤੇ ਛਤਰ ਅਤੇ ਚੌਰ ਆਮ ਜਿਹੜੇ ਹੈ ਉਹਨਾਂ ਦੀ ਨਿਸ਼ਾਨੀ ਹੁੰਦੀ ਸੀ ਠਾਠ ਬਾਠ ਦੀ। ਇਸੇ ਕਰਕੇ ਕਹਿੰਦੇ ਹੈ ਛਤਰਪਤ ਪਾਸਾ। ਪਾਸਾ ਤੋਂ ਭਾਵ ਇਸੇ ਪਾਸ ਹੀ, ਭਾਵ ਇਹਦੇ ਕੋਲ ਹੀ ਸਭ ਕੁਝ ਹੈ, ਕਿ ਜੋ ਸਭ ਦਾ ਪਾਤਸ਼ਾਹ ਹੈ ਇਸ ਚਿੱਤਰਕਾਰ ਪ੍ਰਭੂ ਦੇ ਪਾਸ ਕੀ ਹੈ। ਸ਼ੱਕ ਕੇ ਨਾ ਰਹੋ ਛਾੜ ਕੇ ਨਾ ਆਸਾ, ਕਹਿੰਦੇ ਸ਼ੱਕ ਤਕੜਾ ਹੋਣਾ। ਆਖਣ ਲੱਗੇ ਹੇ ਮਨ ਹੋਰ ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ ਕਿਸ ਚਿੱਤਰਕਾਰ ਦੇ ਕੋਲ, ਕਿ ਜਿਹੜਾ ਛਤਰ ਦਾ ਮਾਲਕ ਹੈ, ਜਿਹੜਾ ਇਸ ਸੰਸਾਰ ਨੂੰ ਬਣਾਉਣ ਵਾਲਾ ਹੈ, ਸਾਰੇ ਇਸ ਸੰਸਾਰ ਦਾ, ਬ੍ਰਹਿਮੰਡ ਦਾ ਮਾਲਕ ਹੈ, ਜਿਹੜਾ ਬਾਦਸ਼ਾਹ ਹੈ। ਕਹਿੰਦੇ ਉਹਦੇ ਪਾਸ, ਉਹਦੇ ਕੋਲ ਕਿਉਂ ਨਹੀਂ ਰਹਿੰਦਾ। ਆਪਣੀਆਂ ਆਸਾਂ, ਆਪਣੀਆਂ ਜਿਹੜੀਆਂ ਜਿਹਨੂੰ ਕਹਿ ਦਈਏ ਵਿਅਰਥ ਦੀਆਂ ਆਸਾਂ ਛੱਡ ਕੇ ਉਹਦੇ ਕੋਲ ਕਿਉਂ ਨਹੀਂ ਰੁਕਦਾ, ਉਹਦੇ ਕੋਲ ਟਿਕਦਾ ਕਿਉਂ ਨਹੀਂ। ਰੇ ਮਨ
ਮੈਂ ਤਾਂ ਛਿਨ ਛਿਨ ਸਮਝਾਵਾਂ ਖੇ ਮਨ, ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਰਹਿੰਦਾ। ਛਿਨ ਛਿਨ ਭਾਵ ਹਰ ਛਿਨ, ਹਰ ਪਲ, ਕਿ ਹਰ ਸਮੇਂ ਹੀ ਮੈਂ ਤੈਨੂੰ ਸਮਝਾਉਂਦਾ ਰਹਿੰਦਾ ਹਾਂ। ਤਾਹਿ ਛਾੜ ਕਤ ਆਪ ਬੰਧਾਵਾ, ਆਖਣ ਲੱਗੇ ਕਿ ਉਸ ਚਿੱਤਰਕਾਰ ਨੂੰ ਵਿਸਾਰ ਕੇ, ਛੱਡ ਕੇ ਕਿੱਥੇ ਉਸ ਦੇ ਬਣਾਏ ਹੋਏ ਚਿੱਤਰ ਵਿੱਚ ਤੂੰ ਆਪਣੇ ਆਪ ਨੂੰ ਬੰਨੀ ਰੱਖਿਆ ਹੈ, ਬੰਨੀ ਬੈਠਾ ਹੈ, ਜਿਹੜਾ ਹੈ ਜਕੜ ਰਿਹਾ ਹੈ। ਕਿਉਂ ਫਸ ਰਿਹਾ? ਕਿ ਉਹਦੇ ਬਣਾਏ ਹੋਏ ਚਿੱਤਰ ਵਿੱਚ ਕਿਉਂ ਫਸ ਰਿਹਾ? ਸਗੋਂ ਉਸ ਚਿੱਤਰਕਾਰ ਨਾਲ ਜੁੜਨਾ ਕਰ। ਮੈਂ ਇਹ ਆਪਣੇ ਮਨ ਨੂੰ ਹਰ ਪਲ ਸਮਝਾਉਂਦਾ ਹਾਂ। ਜੱਜਾ ਜੋ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਆਸ ਜਰ ਪਰ ਜਰ, ਜਰ ਜਬ ਰਹੈ। ਤਬ ਜਾਏ ਜੋਤ ਉਜਾਰੋ ਲਹੈ। ਹੁਣ ਜੱਜੇ ਅੱਖਰਾਂ ਹੀ ਆਖ ਰਹੇ ਨੇ, ਜੋ ਤਨ ਜੀਵਤ ਜਰਾਵੇ। ਜਿਹੜੇ ਅੱਖਰਾਂ ਦੇ ਨਾਮ ਆ ਰਹੇ ਹੈ, ਇਹਨਾਂ ਦਾ ਕੋਈ ਅਰਥ ਨਹੀਂ ਹੈ, ਸਿਰਫ ਅੱਖਰਾਂ ਦਾ ਨਾਮ ਹੈ ਕਿ ਇਸ ਅੱਖਰ ਰਾਹੀਂ ਆ ਉਪਦੇਸ਼ ਹੈ। ਜੋ ਤਨ ਜੀਵਤ ਜਰਾਵੇ, ਅਰਥ ਇੱਥੋਂ ਸ਼ੁਰੂ ਹੋਣਾ। ਜਿਵੇਂ ਪਿੱਛੇ ਘੱਗਾ ਹੈ ਜਾਂ ਚੱਚਾ ਹੈ, ਰਚਿਤ ਚਿੱਤਰ ਹੈ, ਰਚਿਤ ਚਿੱਤਰ ਤੋਂ ਜਿਹੜਾ ਹੈ ਉਹ ਅਰਥ ਸ਼ੁਰੂ ਹੁੰਦਾ ਹੈ। ਭਾਵ ਕਿ 52 ਅੱਖਰੀ ਦੇ ਰਾਹੀਂ, ਅੱਖਰਾਂ ਦੇ ਰਾਹੀਂ ਦੱਸਿਆ ਗਿਆ, ਸਮਝਾਇਆ ਗਿਆ। ਜੱਜਾ ਜੋ ਤਨ ਜੀਵਤ ਜਰਾਵੈ, ਕਹਿੰਦੇ ਜੇ ਕੋਈ ਜੀਵ ਮਾਇਆ ਵਿੱਚ ਰਹਿੰਦਾ ਹੋਇਆ ਹੀ ਸਰੀਰ ਦੀਆਂ ਵਾਸ਼ਨਾਵਾਂ ਨੂੰ ਸਾੜ ਲੈਂਦਾ, ਜੋ ਤਨ ਜੀਵਤ ਜਰਾਵੈ, ਕਹਿੰਦੇ ਜਿਹੜਾ ਜਿਉਂਦਾ ਹੋਇਆ ਹੀ ਮਾਇਆ ਦੀਆਂ ਤ੍ਰਿਸ਼ਨਾਵਾਂ ਨੂੰ, ਵਾਸ਼ਨਾਵਾਂ ਨੂੰ ਜਰਾ ਦਿੰਦਾ ਹੈ, ਜਲਾ ਦਿੰਦਾ ਹੈ, ਸਾੜ ਦਿੰਦਾ ਹੈ। ਜਰਾਵੇ ਤੋਂ ਭਾਵ ਜਾਲਣਾ, ਸਾੜਨਾ। ਜੋਬਨ ਜਾਰ ਜੁਗਤ ਸੋ ਪਾਵੈ, ਕਹਿੰਦੇ ਉਹ ਮਨੁੱਖ ਜਵਾਨੀ ਦਾ ਮਦ, ਕਿਉਂਕਿ ਜਵਾਨੀ ਦੇ ਵਿੱਚ ਬਹੁਤੀ ਵਾਰ ਮਾਲਕ ਦਾ ਆਸਰਾ ਨਾ ਹੋਵੇ ਤੇ ਮਨੁੱਖ ਹੰਕਾਰੀ ਹੋ ਜਾਂਦਾ ਹੈ ਕਿ ਮੇਰੇ ਵਰਗਾ ਕੌਣ ਹੈ, ਮੈਂ ਹੀ ਹਾਂ ਬਸ ਹੁਣ ਤੇ ਸਭ ਤੋਂ ਤਕੜਾ, ਮੈਂ ਤੇ ਕਿਸੇ ਨੂੰ ਨੇੜੇ ਆਉਣ ਨਹੀਂ ਦਿੰਦਾ, ਮੈਂ ਹੀ ਸਿਆਣਾ, ਮੈਂ ਹੀ ਆ, ਮੈਂ ਹੀ ਫਲਾਣਾ, ਹਰ ਤਰੀਕੇ ਦੇ ਨਾਲ ਆਖਣ ਲੱਗੇ ਕਿ ਉਹ ਮਨੁੱਖ ਫਿਰ ਆਪਣੀ ਜਵਾਨੀ ਦਾ, ਜੋਬਨ ਦਾ ਮਦ, ਜਿਹੜਾ ਨਸ਼ਾ ਹੁੰਦਾ ਹੈ ਨਾ, ਸਾੜ ਕੇ ਜਿਉਣ ਦੀ ਸਹੀ ਜੀਵਨ ਜਾਂਚ ਸਿੱਖ ਲੈਂਦਾ ਹੈ, ਜੁਗਤੀ ਸਿੱਖ ਲੈਂਦਾ ਹੈ। ਅਸ ਜਰ ਪਰ ਜਰ, ਜਰ ਜਬ ਰਹਿ, ਆਖਣ ਲੱਗੇ ਅਸ ਅਤੇ ਪਰ, ਅਸਾਡਾ ਤੇ ਪਰਾਇਆ। ਆਖਣ ਲੱਗੇ ਜਦੋਂ ਮਨੁੱਖ ਆਪਣੇ ਧਨ ਦੇ ਅਹੰਕਾਰ ਨੂੰ ਤੇ ਪਰਾਈ ਦੌਲਤ ਦੀ ਆਸ ਨੂੰ ਸਾੜ ਕੇ ਆਪਣੇ ਵਿੱਤ ਵਿੱਚ ਰਹਿੰਦਾ ਹੈ, ਆਪਣੇ ਅੰਦਰ ਹੀ ਜਿਹੜਾ ਹੈ ਉਹ ਜੁੜ ਜਾਂਦਾ ਹੈ। ਅਸਜਰ ਭਾਵ ਜਿਹੜਾ ਆਪਣਾ, ਪਰਜਰ ਕਿ ਜਿਹੜਾ ਪਰਾਏ ਦੀ ਆਸ ਰੱਖਦਾ। ਕਈ ਵਾਰ ਹੁੰਦਾ ਕਿ ਮੈਂ ਫਲਾਣੇ ਦਾ ਵੀ ਘੁੱਟ ਹੀ ਲਵਾਂ, ਦਾ ਵਾ ਦੋ ਚਾਰ ਗੱਲਾਂ ਝੂਠ ਮਾਰ ਕੇ ਜਾਂ ਕਿਸੇ ਤਰੀਕੇ ਦੇ ਨਾਲ। ਕਹਿੰਦੇ ਦੋਵਾਂ ਦਾ ਨਸ਼ਾ, ਦੋਵਾਂ ਦਾ ਹੰਕਾਰ ਸਾੜ ਕੇ ਆਪਣੇ ਅੰਦਰ ਟਿਕ ਜਾਣਾ। ਤਬ ਜਾਏ ਜੋਤ ਉਜਾਰੋ ਲਹੈ, ਆਖਣ ਲੱਗੇ ਤਬ ਜਾਏ, ਕਿਤੇ ਕਹਿੰਦਾ ਉਦੋਂ ਜਾ ਕੇ ਕਿਤੇ ਉੱਚੀ ਆਤਮਿਕ ਅਵਸਥਾ ਵਿੱਚ ਅਪੜ ਕੇ ਮਾਲਕ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ। ਉਜਾਰੋ ਜਿਹੜਾ ਹੈ ਉਹ ਲੈਂਦਾ ਹੈ, ਚਾਨਣ ਜਿਹੜਾ ਹੈ ਉਹ ਪ੍ਰਾਪਤ ਕਰਦਾ ਹੈ। ਝੱਜਾ ਉਰਜ ਸੂਰਜ ਨਹੀਂ ਜਾਨਾ, ਰਹਿਉ ਝਜਕ ਨਾਹੀ ਪਰਵਾਨਾ। ਕਤ ਝਕ ਝਖ ਔਰਨ ਸਮਝਾਵਾਂ, ਝਗਰ ਕੀਏ ਝਗਰੋ ਹੀ ਪਾਵਾਂ। ਆਖਣ ਲੱਗੇ ਝੱਜੇ ਅੱਖਰ ਰਾਹੀਂ ਉਰਜ ਸੂਰਜ ਨਹੀਂ ਜਾਣਾ। ਆਖਣ ਲੱਗੇ ਜਿਸ ਮਨੁੱਖ ਨੇ ਚਰਚਾ ਆਦਿਕ ਵਿੱਚ ਪੈ ਕੇ ਨਿਕੰਮੀਆਂ ਉਲਝਣਾਂ ਵਿੱਚ ਹੀ ਫਸਣਾ ਸਿੱਖਿਆ, ਕਿ ਬਸ ਕਦੇ ਕਿਸੇ ਦੀ ਚਰਚਾ ਦੀ ਗੱਲ ਸੁਣ ਲਈ, ਕਦੇ ਕਿਸੇ ਦੇ ਨਾਲ ਚਰਚਾ ਕਰ ਲਈ, ਕਿਸੇ ਦੇ ਨਾਲ ਕਰਕੇ ਚਰਚਾ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਕਿ ਆਹ ਠੀਕ ਹੈ, ਗਲਤ ਆ, ਠੀਕ ਹੈ, ਬਸ ਚਰਚਾ ਦੇ ਵਿੱਚ ਫਸਿਆ ਹੀ ਰਹਿੰਦਾ, ਕਿਸੇ ਨਤੀਜੇ 'ਤੇ ਨਹੀਂ ਪਹੁੰਚਦਾ। ਜੇ
एक पहले की गल सुन लई तो फिर जाके उदों कहता ठीक है, फिर दूजे कोल चला गया सुन ली, कहता नहीं पहला गलत है दूजा ठीक है, फिर किसी होर तीजे चौथे की सुन ली, कहते नहीं पहले दोनों ही गलत है, आ तीजा ते चौथा ठीक है। कहण दा भाव कि चर्चावां दे विच फसे रहना, सच नूं मालक दे हुक्म नूं पछाण ही ना सकना। कहण लगे रहयो झजक ना ही परवाना, झजक तो भाव झकना। आखन लगे उलझना विचों निकलण दी जाच ही ना सिੱਖੀ, कहंदे पता ही ना सिੱਖਿਆ कि किवें उलझना दे विचों निकलना है। वो सारी उम्र संसियां दे विच ही सहमिया पिया रहा, उसका सारा जीवन जिहड़ा है वो कबूल ना हो सकिया, प्रवान ना हो सकिया। कत झख झख औरन समझावां, आखन लगे बहसां कर करके होरनां नूं मत्तां देण दा की लाभ, समझाउण दा की लाभ है। झगर कीए झगरू ही पावा, आखन लगे चर्चा करदिआं आप नूं तां निरी चर्चा करन दी ही जिहड़ी है वो आदत पै गई है। बस झगड़ियां दे विच ही चर्चा कर करके बहस करन दी आदत जिहड़ी उहनूं पै गई है। नैया निकट जो घट रहियो, दूर कहाँ तज जाए। जा कारण जग ढूंढियो, नेरो पायो ताहे। हुण आखन लगे नैया नैया निकट जो घट रहे हो, दूर कहाँ तज जाए। आखन लगे हे भाई निकट जो घट रहे हो, कहंदे जो प्रभु नेड़े वस रहा है, जो घट विच वस रहा है, जो हिरदे विच वस रहा है, दूर कहाँ तज जाए। आखन लगे उस नूं छड्ड के तू दूर कित्थे जांदा है, कि जिहड़ा तेरे अंदर ही वसदा है, निकट वसदा है, नेड़े वसदा है, तज के छड्ड के दूर चला कित्थे जाना है, क्यों जाना है। जा कारण जग ढूंढियो, नेरो पायो ताहे। आखन लगे जिस मालक नूं मिलन दी खातर असां सारा जगत ढूंढिया है, फरोलिया है, लभ्या है, उस नूं नेड़े ही अपने अंदर ही लभ लिया। कहंदे वो तो है ही अंदर, जगत सारा ही बाहर भालदा रहे। इसे करके पावन बाणी दे विच मालक जी रहमत करदे हैं ना, काहे रे बन खोजन जाई, सर्ब निवासी सदा अलिपा, तो ही संग समाई। पोप मद ज्यों बास बसत है, मुकर माहे जैसे साई छाई। आखन लगे वो मालक तां तेरे अंदर तेरे नेड़े इंज वसदा है जिवें मुकर तो भाव शीशा। कहंदे शीशे दे विच तेरी परछाई वसदी है ना, एवें ही वसदा तेरे बिल्कुल। आखन लगे जिवें पोप मद भाव फुल्लां दे विच जिवें सुगंधी वसदी है, मालक तेरे नाल इंज वसदा है। इस करके काहे रे बन खोजन जाई, कहंदे बाहर बनां दे विच जंगल दे विच क्यों भालदा फिरदा है, अपने अंदर वेख फुੱਲ ਦੀ सुगंधी वांग, शीशे ਦੀ परछाई वांग वो तेरे अंदर तेरे नेड़े ही वसदा। इसे तरह इत्थे कह रहे हैं, कहंदे नेरो पायो ताहे, कहंदे अपने अंदर ही लभ लिया है। टट्टा बिकट घाट घट माही, खोल कपाट महल के ना जाही। देख अटल टल कतह न जावा, रह लपट कट पर चौ पावा। हुण आखन लगे टट्टा बिकट घाट घट माही, कहन लगे प्रभु दे महल विच अपड़ाउण वाला औखा घाट है जिहड़ा ये घाट तो भाव पतन है जिहड़ा घट माही, ये तेरे हिरदे विच है। घट माही भाव हिरदे अंदर, घाट की है जिहड़ा किनारे लगन वास्ते पतन हुंदा है। बिकट तो भाव आखन लगे कि बिखड़ा औखा, कि बड़ा औखा है, पर वो पतन है कित्थे, हिरदे दे विच ही है। कहंदे तेरे अंदर ही है औखा, कहंदे इदा ये रस्ता, पर की है तेरे अंदर ही है। खोल कपाट महल के ना जाही, आखन लगे ही भाई
ਮਾਇਆ ਦੇ ਮੋਹ ਵਾਲੇ ਕਵਾੜ ਖੋਲ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਕਿਉਂ ਨਹੀਂ ਅਪੜਦਾ। ਕਹਿੰਦੇ ਇਹ ਜਿਹੜੇ ਮਾਇਆ ਦੇ ਮੋਹ ਵਿੱਚ ਕਿਉਂ ਫਸਿਆ ਹੋਇਆ, ਇਹਦੇ ਖਲਾਰੇ ਵਿੱਚ ਕਿਉਂ ਫਸਿਆ ਹੋਇਆ। ਮਾਲਕ ਦੇ ਦਰਗਾਹ, ਉਹਦੇ ਦਰ, ਉਹਨੂੰ ਪ੍ਰਾਪਤ ਕਰਨ ਵਾਲਾ ਦਰਵਾਜ਼ਾ ਖੋਲਦਾ ਕਿਉਂ ਨਹੀਂ, ਬੰਦ ਕਿਉਂ ਕੀਤਾ ਹੋਇਆ, ਕਿਉਂ ਇਹਦੇ ਵਿੱਚ ਫਸਿਆ ਹੋਇਆ। ਖੋਲ ਕਪਾਟ, ਕਿ ਆਪਣੇ ਕਪਾਟ ਖੋਲ। ਇਹ ਜਿਹੜੇ ਮਾਇਆ ਦੇ ਜਿਹੜੇ ਕਪਾਟ ਹੈ ਨਾ, ਇਹਨਾਂ ਨੂੰ ਖੋਲ ਦੇ, ਤੋੜ ਦੇ। ਮਹਿਲ ਕੇ ਨਾ ਜਾਹੀਂ, ਮਹਿਲ ਦੇ ਵਿੱਚ ਕਿਉਂ ਨਹੀਂ ਜਾਂਦਾ। ਦੇਖ ਅਟਲ ਟਲ ਕਤਹਿ ਨਾ ਜਾਵਾਂ, ਆਖਣ ਲੱਗੇ ਕਿ ਦੇਖ ਕੇ ਭਾਵ ਵੇਖ ਕੇ, ਟਲ ਭਾਵ ਟਲ ਕੇ, ਡੋਲ ਕੇ, ਭਟਕਣਾ ਵਿੱਚ ਪੈ ਕੇ, ਕਿ ਜਿਸ ਮਨੁੱਖ ਨੇ ਹਿਰਦੇ ਵਿੱਚ ਹੀ ਸੱਚੇ ਪ੍ਰਭੂ, ਥਿਰ ਰਹਿਣ ਵਾਲੇ ਪ੍ਰਭੂ ਦਾ ਦੀਦਾਰ ਕਰ ਲਿਆ ਹੈ, ਦੇਖ ਲਿਆ ਹੈ, ਅਟਲ ਨੂੰ ਜਿਹੜਾ ਹੈ ਉਹ ਦੇਖ ਲਿਆ ਹੈ, ਉਹ ਡੋਲ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ। ਟਲ ਕਤਹਿ ਨਾ ਜਾਵਾਂ, ਕਹਿੰਦੇ ਉਹ ਟਲ ਕੇ, ਕਈ ਵਾਰੀ ਹੁੰਦਾ ਹੈ ਨਾ, ਆਪਾਂ ਆਮ ਸ਼ਬਦ ਵਰਤਦੇ ਹਾਂ ਕਿ ਫਲਾਣੇ ਨੂੰ ਕੰਮ ਕਿਹਾ ਸੀ, ਉਹਨੇ ਟਾਲ ਮਟੋਲ ਜੀ ਕੀਤੀ, ਉਹ ਟਲ ਗਿਆ। ਕਹਿੰਦਾ ਭਾਵ ਉਹ ਖਿਸਕਾ ਕੇ ਨਿਕਲ ਗਿਆ, ਕੋਈ ਨਾ ਕੋਈ ਬਹਾਨਾ ਬਣਾ ਕੇ। ਇਸੇ ਤਰ੍ਹਾਂ ਇੱਥੇ ਕਹਿੰਦੇ ਹੈ ਕਿ ਦੇਖ ਅਟਲ। ਅਟਲ ਕੌਣ ਹੈ? ਮਾਲਕ ਪਰਮੇਸ਼ਰ, ਸਦਾ ਥਿਰ ਸੱਚਾ ਪ੍ਰਭੂ। ਟਲ ਕਤੇ ਨਾ ਜਾਵਾਂ, ਜਿਹੜਾ ਦਰਸ਼ਨ ਕਰ ਲੈਂਦਾ ਉਹ ਟਲਦਾ ਨਹੀਂ, ਉਹ ਡੋਲਦਾ ਨਹੀਂ, ਉਹ ਫਿਰ ਜਿਹੜਾ ਹੈ ਕਿਸੇ ਭਟਕਣਾ ਵਿੱਚ ਪੈ ਕੇ ਮਾਲਕ ਤੋਂ ਦੂਰ ਪਾਸੇ ਨਹੀਂ ਜਾਂਦਾ ਹੈ। ਰਹਿ ਲਪਟ ਘਟ ਪਰਚੋ ਪਾਵਾ, ਇਹ ਉਚਾਰਨ ਕਰ ਲਿਆ ਆਪਾਂ? ਹਾਂਜੀ, ਠੀਕ ਹੈ, ਠੀਕ ਹੈ। ਆਖਣ ਲੱਗੇ ਉਹ ਪ੍ਰਭੂ ਚਰਨਾਂ ਨਾਲ ਫਿਰ ਕੀ ਹੈ, ਪਰਚੋ ਪਾਵਾ, ਭਾਵ ਕੀ ਸਾਂਝ ਪਿਆਰ ਪਾ ਲੈਂਦਾ ਹੈ, ਹਮੇਸ਼ਾ ਜੁੜਿਆ ਰਹਿੰਦਾ ਹੈ। ਠੱਠਾ ਇਹ ਹੈ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਧੀਰਾ, ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ। ਹੁਣ ਆਖਣ ਲੱਗੇ ਠੱਠਾ ਇਹ ਹੈ ਦੂਰ ਠੱਗ ਨੀਰਾ। ਆਖਣ ਲੱਗੇ ਇਹ ਮਾਇਆ ਹੈ ਜਿਹੜੀ, ਇਹ ਹੈ ਦੂਰ ਠੱਗ ਨੀਰਾ। ਠੱਗ ਨੀਰਾ ਭਾਵ, ਹਾਂਜੀ, ਠੱਗਣ ਵਾਲਾ ਪਾਣੀ। ਜਿਵੇਂ ਆਪਾਂ ਵੇਖਦੇ ਹਾਂ ਰੇਗਿਸਤਾਨ ਦੇ ਵਿੱਚ ਪਾਣੀ ਦੂਰੋਂ ਚਮਕਦਾ, ਉਹਨੂੰ ਠੱਗਣ ਵਾਲਾ ਪਾਣੀ ਕਹਿੰਦੇ ਆ। ਕਿ ਲੱਗਦਾ ਹੈ ਕਿ ਉਹ ਪਾਣੀ ਹੈ, ਹਿਰਨ ਨੂੰ ਲੱਗਦਾ ਹੈ, ਉਹਨੂੰ ਲੱਗਦਾ ਹੈ ਕਿ ਦੂਰ ਕਿਤੇ ਰੇਤਾ ਦੇ ਵਿੱਚ ਚਮਕ ਰਿਹਾ ਪਾਣੀ ਹੈ, ਪਰ ਉਹ ਪਾਣੀ ਹੁੰਦਾ ਨਹੀਂ। ਉਹ ਦੌੜ ਕੇ ਆਪਣੀ ਜਾਨ ਉੱਥੇ ਗਵਾ ਲੈਂਦਾ, ਉਹਨੂੰ ਠਗਨੀਰਾ ਕਿਹਾ ਜਾਂਦਾ ਹੈ। ਕਹਿਣ ਲੱਗੇ ਕਿ ਲੱਗਦਾ ਹੈ ਕਿ ਉਹ ਹੈ, ਪਰ ਅਸਲ 'ਚ ਹੁੰਦਾ ਨਹੀਂ ਉੱਥੇ। ਕਹਿਣ ਦਾ ਭਾਵ ਕਿ ਇਹ ਮ੍ਰਿਗ ਤ੍ਰਿਸ਼ਨਾ ਹੈ, ਕਿ ਮਿਰਗ ਨੂੰ ਲੱਗਦਾ ਹੈ ਉੱਥੇ ਪਾਣੀ ਹੈ, ਪਰ ਪਹੁੰਚ ਕੇ ਦੇਖਦਾ ਓਨਾ ਹੀ ਹੋਰ ਅੱਗੇ ਲੱਗਦਾ। ਰੇਤ ਚਮਕਦੀ ਹੈ ਸੂਰਜ ਦੀ ਰੋਸ਼ਨੀ ਦੇ ਨਾਲ, ਇਹਨੂੰ ਠੱਗ ਨੀਰਾ ਕਹਿੰਦਾ, ਠੱਗਣ ਵਾਲਾ ਨੀਰ, ਠੱਗਣ ਵਾਲਾ ਪਾਣੀ। ਆਖਣ ਲੱਗੇ ਇਹ ਮਾਇਆ ਇਉਂ ਹੈ ਜਿਵੇਂ ਦੂਰੋਂ ਵੇਖਿਆ ਉਹ ਰੇਤਾ ਜੋ ਪਾਣੀ ਜਾਪਦਾ ਹੈ। ਕਿ ਇਹ ਮਾਇਆ ਤੇ ਇੰਝ ਹੈ, ਲੱਗਦੀ ਹੈ ਦੂਰੋਂ ਕਿ ਬੜਾ ਕੁਛ ਹੈ ਇਹਦੇ ਵਿੱਚ, ਪਰ ਕਹਿੰਦੇ ਜਿਵੇਂ ਨੇੜੇ ਜਾਈਦਾ ਉਵੇਂ ਓਨਾ ਹੀ ਫਿਰ ਦੂਰ ਲੱਗਦੀ ਹੈ। ਨੀਠ ਨੀਠ ਮਨ ਕੀਆ ਧੀਰਾ, ਨੀਠ ਲਾ ਕੇ, ਕਿ ਬੜੀ ਰੀਝ ਲਾ ਕੇ, ਬੜੇ ਧਿਆਨ ਨਾਲ, ਨੀਠ ਕੇ, ਬੜੀ ਗੌਰ ਦੇ ਨਾਲ, ਬੜੀ ਧਿਆਨ ਦੇ ਨਾਲ ਤੱਕ ਕੇ, ਵੇਖ ਕੇ, ਨੀਝ ਲਾ ਲਾ ਕੇ, ਮਨ ਕੀਆ ਧੀਰਾ। ਆਖਣ ਲੱਗੇ ਸੋ ਮੈਂ ਗੌਰ ਦੇ ਨਾਲ ਇਸ ਮਾਇਆ ਦੀ ਅਸਲੀਅਤ ਨੂੰ ਵੇਖਿਆ, ਤੱਕ ਕੇ ਮਨ ਨੂੰ ਧੀਰਜਵਾਨ ਬਣਾ ਲਿਆ। ਕਹਿੰਦੇ ਮੈਂ ਬੜੇ ਆਰਾਮ ਨਾਲ, ਬੜੇ ਧਿਆਨ ਨਾਲ, ਬੜੀ ਨੀਝ ਲਾ ਲਾ ਕੇ ਤੱਕਿਆ, ਬੜੇ ਧਿਆਨ ਨਾਲ ਤੱਕਿਆ ਤੇ ਇਹਦੀ ਅਸਲੀਅਤ ਨੂੰ ਵੇਖਿਆ ਕਿ ਅਸਲ ਨਹੀਂ ਹੈ ਮਾਇਆ, ਇਹ ਤੇ ਠੱਗ ਨੀਰਾ ਹੀ ਹੈ, ਇਹ ਤੇ ਠੱਗਣ ਵਾਲਾ ਪਾਣੀ ਹੈ। ਭਾਵ ਮਨ ਨੂੰ ਇਸ ਪਿੱਛੇ ਦੌੜਨੋਂ ਫਿਰ ਕੀ ਮੈਂ ਰੋਕ ਲਿਆ ਕਿ ਜਿਹੜੀ ਤੇਰੇ ਕੋਲ ਆਪਣੀ એનર્ਜੀ ਹੈ ਇਹਦੇ ਪਿੱਛੇ ਭੱਜ ਕੇ ਉਹ ਵੀ ਗਵਾ ਲਏਗਾ। ਜਿਹੜੇ ਸਵਾਸ ਤੇਰੇ ਕੋਲ ਬਚੇ ਹੈ ਨਾ ਉਹ ਵੀ ਤੂੰ ਇਹਦੇ ਪਿੱਛੇ ਲੱਗ ਕੇ ਐਵੇਂ ਵਿਅਰਥ ਗਵਾ ਲਏਗਾ। ਇਸ ਕਰਕੇ ਮੈਂ ਮਨ ਨੂੰ ਕੀ ਹੈ ਧੀਰਾ ਕਰ ਲਿਆ, ਭਾਵ ਧੀਰਜ ਦੇ ਵਿੱਚ ਕਰ ਲਿਆ ਹੈ। ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਕਹਿੰਦੇ ਜਿਨ ਠੱਗ, ਜਿਸ ਠੱਗ ਨੇ
ਜਿਹੜਾ ਹੈ ਜਿਸ ਮਾਇਆ ਮੋਹ ਰੂਪ ਠੱਗ ਨੇ ਸਾਰੇ ਜਗਤ ਨੂੰ ਕੀ ਹੈ ਭੁਲੇਖੇ ਵਿੱਚ ਪਾਇਆ ਹੋਇਆ ਹੈ, ਪਾ ਦਿੱਤਾ ਹੈ, ਠੱਗਿਆ ਹੋਇਆ ਹੈ। ਸਗਲ ਜਗ ਖਾਵਾ, ਸਾਰੇ ਜਗਤ ਨੂੰ ਆਪਣੇ ਵਸ ਵਿੱਚ ਕਰ ਲਿਆ ਕਿ ਮੋਹ ਰੂਪ ਠੱਗ ਨੇ ਕੀ ਹੈ ਸਾਰੇ ਜਗ ਨੂੰ ਖਾ ਲਿਆ, ਕਿ ਸਾਰੇ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਸੋ ਠੱਗ ਠੱਗਿਆ ਠੌਹਰ ਮਨ ਆਵਾ, ਕਹਿੰਦੇ ਉਹ ਉਸ ਮੋਹ ਠੱਗ ਨੂੰ ਕਾਬੂ ਕੀਤਿਆਂ ਮੇਰਾ ਮਨ ਇੱਕ ਟਿਕਾਣੇ ਤੇ ਆ ਗਿਆ। ਕਹਿੰਦੇ ਉਸ ਠੱਗ ਨੂੰ ਜਦੋਂ ਠੱਗ ਲਿਆ ਨਾ, ਜਦੋਂ ਉਸ ਠੱਗ ਨੂੰ ਵੀ ਠੱਗ ਲੈਣਾ, ਭਾਵ ਉਹਨੂੰ ਵੀ ਕਾਬੂ ਕਰ ਲੈਣਾ, ਜਦੋਂ ਉਹਨੂੰ ਕਾਬੂ ਕਰ ਲਿਆ ਨਾ, ਕਹਿੰਦੇ ਠੌਹਰ ਤੋਂ ਭਾਵ ਟਿਕਾਣੇ ਤੇ ਆ ਜਾਣਾ। ਕਹਿੰਦੇ ਇਹ ਮਨ ਜਿਹੜਾ ਹੈ ਇਹ ਆਪਣੇ ਟਿਕਾਣੇ ਤੇ ਆਪਣੇ ਅਸਲ ਤੱਤ ਸਰੂਪ ਮੂਲ ਰੂਪ ਵਿੱਚ ਆ ਗਿਆ ਹੈ, ਟਿਕ ਗਿਆ ਹੈ। ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਹਿਆ ਸਮਾਈ। ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਡੱਡਾ ਡਰ ਉਪਜੇ ਡਰ ਜਾਈ, ਆਖਣ ਲੱਗੇ ਜੋ ਪ੍ਰਮਾਤਮਾ ਦਾ ਡਰ ਭਾਵ ਅਦਬ ਸਤਿਕਾਰ ਮਨੁੱਖ ਦੇ ਹਿਰਦੇ ਵਿੱਚ ਪੈਦਾ ਹੋ ਜਾਏ ਤਾਂ ਡਰ ਜਾਏ। ਇਹ ਸੰਸਾਰ ਵਾਲਾ ਡਰ ਹੈ ਨਾ ਜਿਹੜਾ, ਇਹ ਜੀਵਨ ਦੇ ਵਿੱਚੋਂ ਕੀ ਹੈ ਚਲਾ ਜਾਂਦਾ ਹੈ, ਮੁੱਕ ਜਾਂਦਾ ਹੈ। ਤਾਂ ਡਰ ਮਹਿ ਡਰ ਰਹਿਆ ਸਮਾਈ, ਆਖਣ ਲੱਗੇ ਤਾਂ ਉਸ ਡਰ ਵਿੱਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ। ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿੱਚ ਨਾ ਵਸਾਏ ਤਾਂ ਦੁਨੀਆ ਵਾਲਾ ਡਰ ਫਿਰ ਕੀ ਹੈ ਮੁੜ ਆ ਕੇ ਇਹਦੇ ਵਿੱਚ ਸਮਾ ਜਾਂਦਾ ਹੈ, ਇਹਦੇ ਜੀਵਨ 'ਚ ਵੜ ਜਾਂਦਾ ਹੈ, ਇਹਦੇ ਜੀਵਨ ਦੇ ਅੰਦਰ ਫਿਰ ਆ ਚਿੰਬੜਦਾ ਹੈ। ਜੇ ਇਹ ਡਰ ਜਾਏ, ਜੇ ਇਹ ਮਾਲਕ ਨੂੰ ਤਿਆਗ ਦੇ, ਜੋ ਡਰ ਡਰੈ ਤਾਂ ਫਿਰ ਡਰ ਲੱਗ ਗਏ, ਆਖਣ ਲੱਗੇ। ਤੇ ਪ੍ਰਭੂ ਦਾ ਡਰ ਹਿਰਦੇ ਵਿੱਚ ਵਸਾ ਕੇ ਜੋ ਮਨੁੱਖ ਨਿਰਭਉ ਆ ਗਿਆ, ਜੋ ਮਾਲਕ ਦੇ ਡਰ ਦੇ ਵਿੱਚ ਡਰਦਾ ਹੈ, ਜੋ ਉਹਦੇ ਭਾਣੇ ਵਿੱਚ ਰਜ਼ਾ ਵਿੱਚ ਰਹਿੰਦਾ ਹੈ ਕਿ ਮੈਂ ਕੋਈ ਮਾੜਾ ਕਰਮ ਨਹੀਂ ਕਰਨਾ, ਨਹੀਂ ਤੇ ਮਾਲਕ ਮੈਨੂੰ ਜਿਹੜਾ ਹੈ ਕੀ ਹੈ ਉਹਦੀ ਸਜ਼ਾ ਦੇਵੇਗਾ। ਜਦੋਂ ਇਹ ਚੀਜ਼ ਸੋਚਦਾ ਹੈ, ਡਰਦਾ ਹੈ ਮੰਦੇ ਕਰਮ ਕਰਨ ਤੋਂ, ਕਹਿੰਦੇ ਫਿਰ ਡਰ ਲੱਗ ਗਿਆ। ਕਹਿੰਦੇ ਫਿਰ ਉਹ ਡਰ ਤਾਂ ਡਰ ਮੈਂ ਰਿਹਾ ਸਮਾਈ, ਕਹਿਣ ਲੱਗੇ ਫਿਰ ਉਹ ਜਿਹੜਾ ਹੈ ਉਹ ਮਾਲਕ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ। ਜੋ ਡਰ ਡਰੈ ਤਾਂ ਫਿਰ ਡਰ ਲੱਗ ਗਿਆ। ਕਹਿੰਦੇ ਜੇ ਉਹ ਡਰ ਤੋਂ ਡਰ ਜਾਏ, ਜੇ ਦੁਨਿਆਵੀ ਡਰ ਤੋਂ ਡਰ ਜਾਏ ਤਾਂ ਫਿਰ ਡਰ ਲੱਗ ਗਿਆ, ਫਿਰ ਉਹਨੂੰ ਦੁਨੀਆ ਵਾਲਾ ਡਰ ਚਿੰਬੜ ਜਾਂਦਾ ਹੈ। ਤਾਂ ਡਰ ਮੈਂ ਡਰ ਰਿਹਾ ਸਮਾਈ, ਕਹਿੰਦੇ ਜੇ ਉਹ ਮਾਲਕ ਦੇ ਡਰ ਵਿੱਚ ਹੋ ਜਾਏ ਤਾਂ ਫਿਰ ਉਹਦੇ ਵਿੱਚ ਹੀ ਉਹ ਸਮਾ ਜਾਂਦਾ, ਭਾਵ ਨਿਰਭਉ ਹੋ ਜਾਂਦਾ ਹੈ। ਨਿਡਰ ਹੁਆ ਡਰ ਉਰ ਹੋਈ ਭਾਗੈ, ਕਹਿੰਦੇ ਜੇ ਉਸ ਦੇ ਭਾਵ ਕਿ ਉਸ ਦੇ ਮਨ ਦਾ ਜੋ ਵੀ ਸਹਿਮ ਹੈ ਸਭ ਨੱਸ ਜਾਂਦਾ ਹੈ ਜਦੋਂ ਉਹ ਮਾਲਕ ਦੇ ਡਰ ਰਾਹੀਂ ਨਿਡਰ ਹੋ ਜਾਂਦਾ ਹੈ, ਨਿਰਭਉ ਹੋ ਜਾਂਦਾ ਹੈ, ਤਕੜਾ ਹੋ ਜਾਂਦਾ ਹੈ। ਤਾਂ ਉਹਦੇ ਹਿਰਦੇ ਦਾ ਜੋ ਵੀ ਡਰ ਹੁੰਦਾ, ਜੋ ਵੀ ਸੰਸਾ ਹੁੰਦਾ, ਜੋ ਵੀ ਭਟਕਣਾ ਹੁੰਦੀ ਹੈ, ਸਭ ਨੱਸ ਜਾਂਦੇ ਹੈ, ਦੂਰ ਹੋ ਜਾਂਦੇ ਨੇ। ਢੱਡਾ ਢਿਗ ਢੂੰਡਹਿ ਕਤ ਆਨਾ, ਢੂੰਡਤ ਹੀ ਟਹਿ ਗਏ ਪਰਾਨਾ। ਚੜ ਸੁਮੇਰ ਢੂੰਡ ਜਬ ਆਵਾ, ਜਿਹ ਗੜ ਗੜਿਓ ਸੋ ਗੜ ਮੈਂ ਪਾਵਾ। ਆਖਣ ਲੱਗੇ ਢੱਡਾ ਢਿਗ ਢੂੰਡਹਿ ਕਤ ਆਨਾ, ਆਖਣ ਲੱਗੇ ਢਿਗ ਭਾਵ ਨੇੜੇ ਹੀ, ਕਹਿਣ ਲੱਗੇ ਕਿ ਹੇ ਭਾਈ ਪਰਮਾਤਮਾ ਤਾਂ ਤੇਰੇ ਨੇੜੇ ਹੀ ਹੈ ਤੇ ਤੂੰ ਉਸ ਨੂੰ ਬਾਹਰ ਹੋਰ ਕਿਤੇ ਢੂੰਡਦਾ। ਢੂੰਡਹਿ ਕਤ ਆਨਾ, ਕਹਿੰਦੇ ਢੱਡਾ ਢੂੰਡੈ ਉਹ ਮਾਲਕ ਤੇਰੇ ਨੇੜੇ ਹੈ, ਪਰ ਕੀ ਹੈ ਢੂੰਡਹਿ ਕਤ ਆਨਾ, ਆਣ ਤੋਂ ਭਾਵ ਹੋਰ ਥਾਂ, ਕਹਿੰਦੇ ਉਹਨੂੰ ਲੱਭਦਾ ਤੂੰ ਕਿਤੇ ਹੋਰ ਹੈ, ਉਹ ਤੇ ਬਹੁਤ ਤੇਰੇ ਨੇੜੇ ਹੈ। ਢੂੰਡਤ ਹੀ ਢਹਿ ਗਏ ਪ੍ਰਾਨਾ,
ਆਖਣ ਲੱਗੇ ਬਾਹਰ ਲੱਭਦਿਆਂ ਲੱਭਦਿਆਂ ਢੂੰਡਦਿਆਂ ਢੂੰਡਦਿਆਂ ਤੇਰੇ ਪ੍ਰਾਣ ਜਿਹੜੇ ਉਹ ਢਹਿ ਗਏ, ਭਾਵ ਥੱਕ ਗਏ, ਇਹ ਜਿਹੜੇ ਖਤਮ ਹੋਣ ਤੇ ਪਹੁੰਚ ਗਏ ਨੇ। ਚੜ ਸੁਮੇਰ ਢੂੰਡ ਜਬ ਆਵਾਂ, ਕਹਿੰਦੇ ਸੁਮੇਰ ਪਰਬਤ ਉੱਤੇ ਵੀ ਚੜ ਕੇ ਤੇ ਪ੍ਰਮਾਤਮਾ ਨੂੰ ਉੱਥੇ ਲੱਭ ਲੱਭ ਕੇ ਢੂੰਡ ਢੂੰਡ ਕੇ ਜਦੋਂ ਮਨੁੱਖ ਆਪਣੇ ਸਰੀਰ ਵਿੱਚ ਆਉਂਦਾ ਹੈ, ਭਾਵ ਆਪਣੇ ਅੰਦਰ ਝਾਤੀ ਮਾਰਦਾ ਹੈ, ਤਾਂ ਕਹਿਣ ਲੱਗੇ ਜਿਹ ਗੜ ਗੜਿਓ ਸੋ ਗੜ ਮੈਂ, ਭਾਵਾ ਆਖਣ ਲੱਗੇ ਗੜ ਤੋਂ ਭਾਵ ਹੁੰਦਾ ਕਿਲਾ, ਆਖਣ ਲੱਗੇ ਕਿ ਤਾਂ ਉਹ ਪ੍ਰਭੂ ਇਸ ਸਰੀਰ ਰੂਪ ਕਿਲੇ ਵਿੱਚ ਹੀ ਲੱਭ ਪੈਂਦਾ, ਮਿਲ ਪੈਂਦਾ ਹੈ, ਜਿਸ ਨੇ ਇਹ ਸਰੀਰ ਰੂਪ ਕਿਲਾ ਜਿਹੜਾ ਹੈ ਬਣਾਇਆ ਹੋਇਆ ਹੈ, ਜਿਨੇ ਇਹ ਰਚਿਆ ਹੋਇਆ। ਚੜ ਸੁਮੇਰ ਤੋਂ ਭਾਵ ਕਿ ਬਹੁਤ ਦੂਰ ਚਲੇ ਜਾਣਾ, ਸਭ ਪਾਸੇ ਲੱਭ ਲੱਭ ਕੇ ਥੱਕ ਜਾਣਾ। ਕਹਿੰਦੇ ਜਦੋਂ ਥੱਕ ਗਿਆ ਨਾ, ਉਦੋਂ ਫਿਰ ਆ ਕੇ ਇਹਨੂੰ ਆਪਣੇ ਅੰਦਰੋਂ ਹੀ ਉਹ ਮਾਲਕ ਲੱਭ ਪਿਆ, ਪ੍ਰਾਪਤ ਹੋ ਗਿਆ। ਨਾਣਾ ਰਣ ਰੂਤੋ ਨਰ ਨੇਹੀ ਕਰੈ, ਨਾ ਨਿਵੈ ਨਾ ਫੁਨ ਸੰਚਰੈ, ਧਨ ਜਨਮ ਤਾਹੀ ਕੋ ਗਣੈ, ਮਾਰੈ ਇਕ ਹੈ ਤਜ ਜਾਏ ਕਣੈ। ਇਹ ਪਿਛਲੇ ਸ਼ਬਦ ਵਿੱਚ ਸੁਮੇਰ ਪਰਬਤ ਦਾ ਭਾਵ ਕਿ ਉੱਚੀਆਂ ਉੱਚੀਆਂ ਪਹਾੜੀਆਂ ਤੇ ਜਾਣਾ, ਕੰਦਰਾਂ ਵਿੱਚ ਬਹਿ ਕੇ ਸਮਾਧੀਆਂ ਲਾਉਣੀਆਂ, ਪ੍ਰਾਣਾਯਾਮ ਕਰਨੇ ਇਤਿਆਦਿਕ, ਭਾਵ ਸੁਮੇਰ ਪਰਬਤ ਤੇ ਬਹੁਤ ਔਖੇ ਔਖੇ ਜਿਹੜੀਆਂ ਇਹ ਘਾਟੀਆਂ ਪਹਾੜਾਂ ਤੇ ਜਾ ਕੇ ਵੇਖ ਲੈਣਾ, ਪਰ ਪ੍ਰਾਪਤੀ ਨਾ ਹੋਣ ਤੇ ਜਦੋਂ ਵਾਪਸ ਆਉਣਾ ਤੇ ਆਪਣੇ ਅੰਦਰੋਂ ਮਿਲ ਪੈਣਾ। ਹੁਣ ਅੱਗੇ ਨਾਣਾ ਰਣ ਰੂਤੋ ਨਹੀਂ, ਨਾਣਾ ਹੈ ਨਾਣਾ। ਕਹਿਣ ਲੱਗੇ ਕਿ ਨਾਣਾ ਭਾਵ ਰਣ ਰੂਤੋ, ਰੂਤੋ ਤੋਂ ਭਾਵ ਰੁੱਝਿਆ ਹੋਇਆ। ਕਹਿਣ ਲੱਗੇ ਜਗਤ ਰੂਪ ਇਸ ਰਣ ਵਿੱਚ, ਇਸ ਰਣ ਭੂਮੀ ਵਿੱਚ ਵਿਕਾਰਾਂ ਨਾਲ ਜੰਗ ਵਿੱਚ ਰੁੱਝਿਆ ਹੋਇਆ ਜੋ ਮਨੁੱਖ ਜਿਹੜਾ ਹੈ ਨਰ ਨੇਹੀ ਕਰੈ, ਨੇਹੀ ਤੋਂ ਭਾਵ ਜਿਹੜਾ ਹੈ ਨੇਹ ਲੈਣਾ, ਵਸ ਵਿੱਚ ਕਰ ਲੈਣਾ, ਕਿ ਮਨ ਜੋ ਮਨੁੱਖ ਵਿਕਾਰਾਂ ਨੂੰ ਵਸ ਵਿੱਚ ਕਰਨ ਦੀ ਸਮਰੱਥਾ ਜਿਹੜੀ ਉਹ ਪ੍ਰਾਪਤ ਕਰ ਲੈਂਦਾ, ਕਿ ਜਿਹੜਾ ਇਹਨਾਂ ਨਾਲ ਇਹਨਾਂ ਦਾ ਧਿਆਨ ਰੱਖਦਾ ਹੈ ਨਾ, ਜਿਹੜਾ ਇਹਨਾਂ ਨਾਲ ਇਸ ਸੰਸਾਰ ਰੂਪ ਰਣ ਭੂਮੀ ਦੇ ਵਿੱਚ ਇਹਨਾਂ ਨਾਲ ਜੰਗ ਕਰਦਾ, ਇਹਨਾਂ ਦਾ ਟਾਕਰਾ ਕਰਦਾ ਹੈ। ਕਹਿਣ ਲੱਗੇ ਫਿਰ ਉਹ ਇਹਨਾਂ ਨੂੰ ਕੀ ਹੈ, ਜਿਹੜਾ ਰੁੱਝਿਆ ਹੋਇਆ ਉਹ ਫਿਰ ਇਹਨਾਂ ਵਿਕਾਰਾਂ ਨੂੰ ਆਪਣੇ ਵਸ ਵਿੱਚ ਕਰਨ ਦੀ ਸਮਰੱਥਾ ਤਾਕਤ ਹਾਸਲ ਕਰ ਲੈਂਦਾ ਹੈ। ਉਹ ਜਿਹੜਾ ਹੈ ਧਿਆਨ ਲਾ ਲੈਂਦਾ ਹੈ, ਆਉਣ ਵਾਲੇ ਸਮੇਂ ਬਾਰੇ ਸੋਚ ਲੈਂਦਾ ਹੈ ਕਿ ਮੈਂ ਫਲਾਣਾ ਕਰਮ ਨਹੀਂ ਕਰਨਾ, ਇਹਦੇ ਨਾਲ ਮੇਰਾ ਆਹ ਨੁਕਸਾਨ ਹੋਏਗਾ, ਜੇ ਮੈਂ ਫਲਾਣੀ ਸੋਚ ਨਾਲ ਫਲਾਣਾ ਕਰਮ ਕਰਾਂਗਾ ਤੇ ਮੇਰਾ ਆਹ ਨੁਕਸਾਨ ਹੋਏਗਾ। ਉਹ ਪਹਿਲਾਂ ਕੀ ਹੈ ਜਾਣ ਲੈਂਦਾ ਹੈ। ਨਾ ਨਿਵੈ ਨਾ ਫੁਨ ਸੰਚਰੈ, ਕਹਿੰਦੇ ਜੋ ਵਿਕਾਰਾਂ ਅੱਗੇ ਨਾ ਹੀ ਨਿਆਉਂਦਾ ਹੈ, ਨਿਵਦਾ ਹੈ, ਤੇ ਨਾ ਹੀ ਉਹਨਾਂ ਦੇ ਨਾਲ ਜਿਹੜਾ ਹੈ ਰਲ ਕੇ ਤੁਰਦਾ ਹੈ, ਨਾ ਉਹਨਾਂ ਦੇ ਨਾਲ ਜਿਹੜਾ ਹੈ ਮੇਲ ਕਰਦਾ ਹੈ। ਧਨ ਜਨਮ ਤਾਹੀ ਕੋ ਗਣੈ, ਆਖਣ ਲੱਗੇ ਜਗਤ ਉਸੇ ਮਨੁੱਖ ਦੇ ਜੀਵਨ ਨੂੰ ਭਾਗਾਂ ਵਾਲਾ ਗਿਣਦਾ ਹੈ, ਸੰਸਾਰ ਉਹਨੂੰ ਹੀ ਚੰਗਾ ਆਖਦਾ ਹੈ। ਮਾਰੈ ਮਾਰੈ ਇੱਕ ਹੈ ਤਜ ਜਾਏ ਕਣੈ, ਕਹਿੰਦੇ ਕਿਉਂਕਿ ਉਹ ਮਨੁੱਖ ਆਪਣੇ ਇੱਕ ਮਨ ਨੂੰ ਮਾਰਦਾ ਹੈ ਅਤੇ ਇਹਨਾਂ ਬਹੁਤਿਆਂ ਭਾਵ ਵਿਕਾਰਾਂ ਨੂੰ ਫਿਰ ਕੀ ਹੈ ਛੱਡ ਦਿੰਦਾ ਹੈ, ਤਿਆਗ ਦਿੰਦਾ ਹੈ। ਕਹਿੰਦਾ ਆਪਣੇ ਮਨ ਨੂੰ ਉਹ ਮਾਰ ਲੈਂਦਾ ਹੈ, ਆਪਣੇ ਮਨ ਨੂੰ ਉਹ ਜਿੱਤ ਲੈਂਦਾ ਹੈ ਅਤੇ ਵਿਕਾਰਾਂ ਨੂੰ ਫਿਰ ਕੀ ਹੈ ਤਜ ਜਾਏ ਘਣੇ, ਜਿਹੜੇ ਇਹ ਬਹੁਤ ਸਾਰੇ ਵਿਕਾਰ ਚਿੰਬੜੇ ਹੋਏ ਨੇ ਇਹਨਾਂ ਨੂੰ ਉਹ ਛੱਡ ਦਿੰਦਾ ਹੈ, ਤਿਆਗ ਦਿੰਦਾ ਹੈ। ਤਤਾ ਅਤਰ ਤਰਿਓ ਨਹ ਜਾਈ, ਤਨ ਤ੍ਰਿਭਵਨ ਮੈਂ ਰਹਿਓ ਸਮਾਈ। ਜੋ ਤ੍ਰਿਭਵਨ ਤਨ ਮਾਹਿ ਸਮਾਵਾ, ਤਉ ਤਤ ਹੈ ਤਤ ਮਿਲਿਆ ਸਚ ਪਾਵਾ। ਤਤਾ ਅਤਰ,
ਅਤਰ ਭਾਵ ਜੋ ਤਰਿਆ ਨਾ ਜਾ ਸਕੇ। ਆਖਣ ਲੱਗੇ ਇਹ ਜਗਤ ਇੱਕ ਐਸਾ ਸਮੁੰਦਰ ਹੈ ਜਿਸ ਨੂੰ ਤਰਨਾ ਬਹੁਤ ਔਖਾ ਹੈ, ਤਰਿਓ ਨਾ ਜਾਈ, ਜਿਸ ਵਿੱਚੋਂ ਪਾਰ ਲੰਘਿਆ ਨਹੀਂ ਜਾ ਸਕਦਾ। ਤਨ ਤ੍ਰਿਭਵਨ ਮੈਂ ਰਹਿਓ ਸਮਾਈ, ਕਹਿੰਦੇ ਅੱਖਾਂ ਕੰਨ ਨੱਕ ਆਦ ਗਿਆਨ ਇੰਦਰੀ ਦੁਨੀਆ ਦੇ ਰਸਾਂ ਵਿੱਚ ਡੁੱਬੇ ਰਹਿੰਦੇ ਹਨ। ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਆਖਣ ਲੱਗੇ ਪਰ ਜਦੋਂ ਸੰਸਾਰ ਦੇ ਰਸ ਸਰੀਰ ਦੇ ਅੰਦਰ ਹੀ ਮਿਟ ਜਾਂਦੇ ਨੇ, ਮੁੱਕ ਜਾਂਦੇ ਨੇ, ਭਾਵ ਮਨੁੱਖ ਦੇ ਇੰਦਰੀਆਂ ਨੂੰ ਖਿੱਚ ਨਹੀਂ ਪਾ ਸਕਦੇ, ਤੋ ਤਤ ਹੈ ਤਤ ਮਿਲਿਆ ਸੱਚ ਪਾਵਾਂ, ਉਦੋਂ ਜੀਵ ਆਤਮਾ ਪ੍ਰਭੂ ਦੀ ਜੋਤ ਵਿੱਚ ਮਿਲ ਜਾਂਦੀ ਹੈ। ਤਤ ਦੇ ਨਾਲ ਤਤ ਦਾ ਮਿਲਾਪ ਹੋ ਜਾਂਦਾ ਹੈ ਤੇ ਮਾਲਕ ਸਦਾ ਸਥਿਰ ਰਹਿਣ ਵਾਲਾ ਪ੍ਰਾਪਤ ਫਿਰ ਉਹ ਹੋ ਜਾਂਦਾ ਹੈ। ਸੱਚ ਜਿਹੜਾ ਹੈ ਉਹ ਮਿਲ ਪੈਂਦਾ ਹੈ। 22 ਪੌੜੀਆਂ ਦੀ ਇੱਥੋਂ ਤੱਕ ਜਿਹੜੀ ਆਪਣੀ ਵਿਚਾਰ ਸੰਪੂਰਨ ਹੋਈ ਹੈ। ਅਗਲੀਆਂ ਵਿਚਾਰਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ ਜੀ। ਫਤਿਹ ਪ੍ਰਵਾਨ ਕਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।